ਸਤਿ ਸ੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਅਜੀਤ ਵੈਬ ਟੀਵੀ। ਅਜੀਤ ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਮੈਂ ਕਮਲਪ੍ਰੀਤ ਸਿੰਘ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ ਤੇ ਰੋਜ਼ਾਨਾ ਦੀ ਤਰ੍ਹਾਂ ਆਓ ਸਭ ਤੋਂ ਪਹਿਲਾਂ ਜਾਣਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ। ਕੋਰੋਨਾ ਕਾਰਨ ਪੰਜਾਬ ਵਿੱਚ ਅਗਲੇ ਹੁਕਮਾਂ ਤੱਕ ਸਾਰੇ ਆਂਗਨਵਾੜੀ ਕੇਂਦਰ ਬੰਦ। ਸਾਬਕਾ ਵਿਧਾਇਕ ਸੁਖਦਰਸ਼ਨ ਸਿੰਘ ਮਰਾੜ ਨਹੀਂ ਰਹੇ। 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ 553ਵਾਂ ਨਾਨਕਸ਼ਾਹੀ ਕੈਲੰਡਰ ਜਾਰੀ। ਲੁਧਿਆਣਾ 'ਚ ਸੜਕ ਹਾਦਸੇ 'ਚ 3 ਨੌਜਵਾਨਾਂ ਦੀ ਮੌਤ ਅਤੇ ਖੰਨਾ 'ਚ ਕਰ ਤੇ ਆਬਕਾਰੀ ਮਹਿਕਮੇ ਵੱਲੋਂ ਵੱਡੀ ਛਾਪੇਮਾਰੀ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਤੇ ਬਾਕੀ ਦੀਆਂ ਅਹਿਮ ਖਬਰਾਂ ਦੀ ਜਾਣਕਾਰੀ। ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਅਰੁਣਾ ਚੌਧਰੀ ਨੇ ਕੋਵਿਡ ਦੇ ਮਾਮਲਿਆਂ ਵਿੱਚ ਮੁੜ ਉਭਾਰ ਦੇ ਮੱਦੇਨਜ਼ਰ ਆਂਗਨਵਾੜੀ ਕੇਂਦਰਾਂ ਨੂੰ ਅਗਲੇ ਹੁਕਮਾਂ ਤੱਕ ਬੰਦ ਰੱਖਣ ਦੇ ਨਿਰਦੇਸ਼ ਦਿੱਤੇ ਹਨ। ਅਰੁਣਾ ਚੌਧਰੀ ਨੇ ਕਿਹਾ ਕਿ ਇਹ ਫੈਸਲਾ ਬੱਚਿਆਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਅਤੇ ਹੋਰ ਲਾਭਪਾਤਰੀਆਂ ਨੂੰ ਰਾਸ਼ਨ ਅਤੇ ਹੋਰ ਸਮੱਗਰੀ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਰਾਹੀਂ ਘਰ ਘਰ ਤੱਕ ਪਹੁੰਚਾਈ ਜਾਂਦੀ ਰਹੇਗੀ ਤਾਂ ਜੋ ਲਾਭਪਾਤਰੀਆਂ ਨੂੰ ਪੌਸ਼ਟਿਕ ਆਹਾਰ ਮਿਲਦਾ ਰਹੇ। ਉਨ੍ਹਾਂ ਸਾਰੇ ਸਿਹਤ ਪ੍ਰੋਟੋਕਾਲਾਂ ਭਾਵ ਮਾਸਕ ਪਹਿਨਣ, ਹੱਥ ਧੋਣ ਅਤੇ ਇੱਕ ਦੂਜੇ ਤੋਂ ਸਮਾਜਿਕ ਵਿੱਥ ਬਣਾ ਕੇ ਰੱਖਣ ਦੀ ਸਖਤੀ ਨਾਲ ਪਾਲਣਾ ਕਰਨ ਦੇ ਨਿਰਦੇਸ਼ ਵੀ ਦਿੱਤੇ। ਕੈਬਨਿਟ ਮੰਤਰੀ ਨੇ ਕਿਹਾ ਕਿ ਬੱਚਿਆਂ ਨੂੰ ਇਸ ਮਾਰੂ ਵਾਇਰਸ ਤੋਂ ਬਚਾਉਣ ਲਈ ਜੰਗੀ ਪੱਧਰ ਤੇ ਯਤਨ ਜਾਰੀ ਹਨ। ਉਨ੍ਹਾਂ ਵਰਕਰਾਂ ਅਤੇ ਹੈਲਪਰਾਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ ਸੰਬੰਧੀ ਸਾਵਧਾਨੀਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ। ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਆਂਗਨਵਾੜੀ ਵਰਕਰ ਅਤੇ ਹੈਲਪਰ ਆਂਗਨਵਾੜੀ ਕੇਂਦਰਾਂ ਵਿੱਚ ਮੌਜੂਦ ਰਹਿਣਗੇ ਅਤੇ ਪੌਸ਼ਟਿਕ ਆਹਾਰ ਘਰ ਘਰ ਪਹੁੰਚਾਉਣ ਤੇ ਹੋਰ ਗਤੀਵਿਧੀਆਂ ਲਈ ਘਰ ਘਰ ਪਹੁੰਚ ਕਰਨਗੇ। ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਸਾਬਕਾ ਵਿਧਾਇਕ ਸੁਖਦਰਸ਼ਨ ਸਿੰਘ ਮਰਾੜ ਦਾ ਕੋਰੋਨਾ ਕਾਰਨ ਦੇਹਾਂਤ ਹੋ ਗਿਆ ਹੈ। ਸਾਹ ਲੈਣ 'ਚ ਤਕਲੀਫ ਦੇ ਚਲਦਿਆਂ ਉਹ ਫਰੀਦਕੋਟ ਵਿਖੇ ਜ਼ੇਰੇ ਇਲਾਜ ਸਨ। ਜ਼ਿਕਰਯੋਗ ਹੈ ਕਿ ਸੁਖਦਰਸ਼ਨ ਸਿੰਘ ਮਰਾੜ 2002 'ਚ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵਜੋਂ ਜਿੱਤ ਕੇ ਵਿਧਾਇਕ ਬਣੇ ਸਨ। ਇਸ ਤੋਂ ਇਲਾਵਾ ਉਹ ਕੁਝ ਸਮਾਂ ਸੀਨੀਅਰ ਆਗੂ ਵਜੋਂ ਸ਼੍ਰੋਮਣੀ ਅਕਾਲੀ ਦਲ ਨਾਲ ਵੀ ਜੁੜੇ ਰਹੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵਜੋਂ ਚੁਣੇ ਗਏ ਸਨ। ਪਿਛਲੇ ਸਮੇਂ ਤੋਂ ਸੁਖਦਰਸ਼ਨ ਸਿੰਘ ਮਰਾੜ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਸਨ ਅਤੇ ਉਨ੍ਹਾਂ ਬੀਤੇ ਦਿਨੀ ਹੋਈਆਂ ਨਗਰ ਕੌਂਸਲ ਚੋਣਾਂ 'ਚ ਅਹਿਮ ਭੂਮਿਕਾ ਨਿਭਾਈ ਸੀ। ਸਾਡੇ ਕੋਲ ਨਾ 10 ਤਰੀਕ ਨੂੰ ਸਵੇਰੇ 5:30 ਵਜੇ ਦਾਖਲ ਹੋਏ ਸੀਗੇ, ਐਮਰਜੈਂਸੀ 'ਚ ਆਏ ਸੀ। ਉਹਨਾਂ ਦੇ ਕੋਵਿਡ ਪੋਜ਼ਿਟਿਵ ਸੀਗੇ ਤੇ ਉਹਨਾਂ ਨੂੰ ਸੀਵੀਅਰ ਡਿਜ਼ੀਜ਼ ਕੋਵਿਡ ਨਮੋਨੀਆ ਹੋ ਗਿਆ ਸੀ। ਉਹਨਾਂ ਨੂੰ ਨਾਲ ਉਹਨਾਂ ਨੂੰ ਡਾਇਬਟੀਜ਼ ਸੀ, ਹਾਈਪਰਟੈਂਸ਼ਨ ਸੀ ਤੇ ਹੁਣੇ ਬਾਈਪਾਸ ਕਰਾ ਕੇ ਆਏ ਹੋਏ ਸੀਗੇ, ਰੀਸੈਂਟਲੀ ਹੋਈ ਸੀ ਉਹਨਾਂ ਦੀ। ਉਦੋਂ ਬਾਅਦ ਹਾਰਟ ਫੇਲਰ ਵੀ ਸੀਗੇ ਤੇ ਉਹਨਾਂ ਦੇ ਕਿਡਨੀ ਫੇਲ ਵੀ ਹੋ ਗਏ ਸੀਗੇ ਤੇ ਅੱਜ ਬੜੇ ਦੁਖਦ ਨਾਲ ਅੱਜ ਉਹਨਾਂ ਦੀ 1:15 ਵਜੇ ਉਹਨਾਂ ਦੀ ਡੈਥ ਹੋ ਗਈ ਹੈ ਤੇ ਬੋਡੀ ਅਸੀਂ ਮੋਚੀ ਸ਼ਿਫਟ ਕਰਤੀ ਹੈ ਐਜ਼ ਪਰ ਗਾਈਡਲਾਈਨ ਜਿਹੜੀਆਂ ਸਰਕਾਰ ਦੀਆਂ ਆਈਆਂ ਵੀ ਹੈ, ਪੰਜਾਬ ਸਰਕਾਰ ਦੀਆਂ, ਉਹਨਾਂ ਨੂੰ ਬੋਡੀ ਨੂੰ ਹੈਂਡਓਵਰ ਕੀਤੀ ਜਾਊਗੀ। ਅੰਮ੍ਰਿਤਸਰ ਵਿੱਚ ਨਾਨਕਸ਼ਾਹੀ ਕੈਲੰਡਰ ਸੰਮਤ 553ਵਾਂ ਸਾਲ 2021-22 ਦਾ ਕੈਲੰਡਰ ਜਾਰੀ ਕਰ ਦਿੱਤਾ ਗਿਆ ਹੈ। ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਨਾਨਕਸ਼ਾਹੀ ਕੈਲੰਡਰ ਜਾਰੀ ਕੀਤਾ ਹੈ। 14 ਮਾਰਚ ਤੋਂ ਯਾਨੀ ਕੱਲ੍ਹ ਤੋਂ ਨਵਾਂ ਨਾਨਕਸ਼ਾਹੀ ਸੰਮਤ ਨਵਾਂ ਸਾਲ ਆਰੰਭ ਹੋਣ ਜਾ ਰਿਹਾ ਹੈ। ਨਵਾਂ ਨਾਨਕਸ਼ਾਹੀ ਕੈਲੰਡਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ। ਇਸ ਮੌਕੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਨਾਨਕਸ਼ਾਹੀ ਸੰਮਤ ਦੇ ਪਹਿਲੇ ਦਿਨ ਨੂੰ ਸ਼ਰਧਾ ਨਾਲ ਸੰਗਤ ਪ੍ਰਚਾਰੇ ਅਤੇ ਸੰਗਤ ਖੁਸ਼ੀਆਂ ਨਾਲ ਮਨਾਵੇ। ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬਾਨ ਨੇ ਸਾਰੀ ਸਿੱਖ ਸੰਗਤ ਨੂੰ ਅਪੀਲ ਕੀਤੀ ਹੈ ਕਿ ਉਹ ਗੁਰੂ ਸਾਹਿਬਾਨ ਦੇ ਦਿਹਾੜੇ ਸਮਾਜਿਕ ਕਾਰ ਵਿਹਾਰ ਇਸੇ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਮਨਾਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਵਾਂ ਸਾਲ 553 ਨਾਨਕਸ਼ਾਹੀ ਸੰਮਤ ਜੋ 14 ਮਾਰਚ ਨੂੰ ਆਰੰਭ ਹੋਣ ਜਾ ਰਿਹਾ ਹੈ। ਮੈਂ ਸਮੁੱਚੇ ਗੁਰੂ ਖਾਲਸਾ ਪੰਥ ਨੂੰ, ਨਾਨਕ ਨਾਮ ਲੇਵਾ ਸਿੱਖ ਸੰਗਤ ਨੂੰ ਨਾਨਕਸ਼ਾਹੀ ਨਵੇਂ ਸਾਲ ਦੇ ਪ੍ਰਾਰੰਭ ਹੋਣ ਦੇ ਉੱਤੇ ਬਹੁਤ ਬਹੁਤ ਵਧਾਈ ਦਿੰਦਾ ਔਰ ਨਾਲ ਹੀ ਸਮੁੱਚੇ ਵਿਸ਼ਵ ਦੇ ਵਿੱਚ ਵਸਦੇ ਸਿੱਖ ਭਾਈਚਾਰੇ ਨੂੰ, ਗੁਰੂ ਖਾਲਸਾ ਪੰਥ ਨੂੰ ਇਹ ਅਪੀਲ ਕਰਦਾ ਕਿ 14 ਮਾਰਚ ਨਵੇਂ ਸਾਲ ਦਾ ਪਹਿਲਾ ਦਿਨ ਹੈ ਨਾਨਕਸ਼ਾਹੀ ਸੰਮਤ ਦਾ। ਇਸ ਦਿਨ ਨੂੰ ਵੀ ਸਿੱਖ ਸੰਗਤ ਜਿਹੜੀ ਹੈ ਉਹ ਬੜੀ ਸ਼ਰਧਾ ਭਾਵ ਦੇ ਨਾਲ ਪ੍ਰਚਾਰੇ ਪ੍ਰਸਾਰੇ। ਬਿਲਕੁਲ ਉਸੇ ਤਰ੍ਹਾਂ ਜਿਵੇਂ 1 ਜਨਵਰੀ ਨੂੰ ਈਸਵੀ ਸਾਲ ਦੇ ਆਰੰਭ ਹੋਣ ਦੇ ਉੱਤੇ ਸੰਗਤ ਵੱਡੇ ਪੱਧਰ ਦੇ ਉੱਤੇ ਖੁਸ਼ੀਆਂ ਦਾ ਇਜ਼ਹਾਰ ਕਰਦੀ ਹੈ, ਇਸੇ ਤਰ੍ਹਾਂ ਨਾਨਕਸ਼ਾਹੀ ਸੰਮਤ ਦੇ ਪ੍ਰਾਰੰਭ ਹੋਣ ਦੇ ਮੌਕੇ 14 ਮਾਰਚ ਨੂੰ ਵੀ ਸਮੁੱਚਾ ਗੁਰੂ ਖਾਲਸਾ ਪੰਥ ਖੁਸ਼ੀਆਂ ਦਾ ਇਜ਼ਹਾਰ ਕਰੇ ਔਰ ਇਸ ਨੂੰ ਵੱਡੇ ਪੱਧਰ ਦੇ ਉੱਤੇ ਪ੍ਰਚਾਰਨ ਤੇ ਪ੍ਰਸਾਰਨ ਦੀ ਸੇਵਾ ਜਿਹੜੀ ਹੈ
ਉਹ ਗੁਰੂ ਖਾਲਸਾ ਪੰਥ ਸਮੁੱਚਾ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸਿੰਘ ਸਭਾਵਾਂ, ਸੰਪਰਦਾਵਾਂ ਜਿਹੜੀਆਂ ਨੇ ਸਾਰੀਆਂ ਰਲ ਮਿਲ ਕੇ ਕਰਨ। ਇੱਕ ਵਾਰੀ ਫੇਰ ਮੈਂ ਨਾਨਕਸ਼ਾਹੀ ਸੰਮਤ 553 ਦੇ ਪ੍ਰਾਰੰਭ ਹੋਣ ਮੌਕੇ ਸਮੁੱਚੇ ਗੁਰੂ ਖਾਲਸਾ ਪੰਥ ਨੂੰ ਬਹੁਤ ਵਧਾਈ ਦੇਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਸਮਰਪਿਤ ਹੈ ਜੀ ਇਹ ਜਿਹੜਾ ਕੈਲੰਡਰ ਹੈ ਜੀ। ਫਤਿਹ। ਇਹ ਜਿਹੜਾ ਨਵਾਂ ਨਾਨਕਸ਼ਾਹੀ ਕੈਲੰਡਰ ਜਿਹੜਾ ਅੱਜ ਰਿਲੀਜ਼ ਕੀਤਾ ਗਿਆ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਤਿਆਰ ਹੋਇਆ ਹੈ। ਇਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਜੋ ਸ਼ਤਾਬਦੀ ਰੂਪ ਦੇ ਵਿੱਚ ਮਨਾਏ ਜਾ ਰਹੇ ਨੇ, ਇਹਨਾਂ ਮਹਾਨ ਪ੍ਰਕਾਸ਼ ਪੁਰਬਾਂ ਨੂੰ ਸਮਰਪਿਤ ਹੈ। ਔਰ ਮੈਂ ਸਮੁੱਚੇ ਵਿਸ਼ਵ ਦੇ ਵਿੱਚ ਵਸਦੇ ਸਿੱਖ ਭਾਈਚਾਰੇ ਨੂੰ, ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਇਹ ਅਪੀਲ ਵੀ ਕਰਦਾ ਕਿ ਸਮੁੱਚਾ ਸਾਲ ਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਨੂੰ ਸ਼ਤਾਬਦੀ ਰੂਪ ਦੇ ਵਿੱਚ ਮਨਾਇਆ ਜਾਏ। ਔਰ ਇਸ ਸਬੰਧ ਦੇ ਵਿੱਚ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਗੁਰੂ ਖਾਲਸਾ ਪੰਥ ਦੇ ਪ੍ਰਚਾਰ ਪ੍ਰਸਾਰ ਦੇ ਵਿੱਚ ਵੱਧ ਤੋਂ ਵੱਧ ਆਪਣਾ ਯੋਗਦਾਨ ਪਾਉਣ। ਗੁਰਮਤਿ ਸਮਾਗਮ ਕੀਤੇ ਜਾਣ। ਜਿਹੜੇ ਭਾਈਚਾਰੇ ਸਾਡੇ ਚਿਰਾਂ ਤੋਂ ਨਾਨਕ ਨਾਮ ਲੇਵਾ ਅਖਵਾਉਂਦੇ ਨੇ, ਜਿਵੇਂ ਸਤਨਾਮੀਏ ਹੈ, ਸਿਗਲੀਗਰ ਹੈ, ਬੰਜ਼ਾਰੇ ਹੈ, ਹੋਰ ਬਹੁਤ ਸਾਰੇ ਭਾਈਚਾਰੇ ਹੈ, ਉਹਨਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਮਹਾਨ ਉਪਦੇਸ਼ਾਂ, ਸਿੱਖਿਆਵਾਂ ਤੋਂ ਜਾਣੂ ਕਰਵਾਉਣ ਵਾਸਤੇ ਸਾਡੀਆਂ ਸੰਸਥਾਵਾਂ, ਸੰਪਰਦਾਵਾਂ, ਸਾਡੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਇਹ ਵੱਧ ਤੋਂ ਵੱਧ ਜਿਹੜਾ ਹੈ ਉਹ ਯਤਨਸ਼ੀਲ ਹੋਣ। ਇਸ ਮੌਕੇ ਅਸੀਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮਨੁੱਖਤਾ ਨੂੰ, ਮਾਨਵਤਾ ਨੂੰ ਬਹੁਤ ਵੱਡੀ ਦੇਣ ਹੈ। ਉਹਨਾਂ ਦੀ ਸ਼ਹਾਦਤ ਜਿਹੜੀ ਹੈ ਉਹ ਲਾਸਾਨੀ ਤੇ ਅਦੁੱਤੀ ਸ਼ਹਾਦਤ ਹੈ। ਇਸ ਕਰਕੇ ਉਹਨਾਂ ਦੇ ਪ੍ਰਕਾਸ਼ ਪੁਰਬ ਨੂੰ ਸ਼ਰਧਾ ਤੇ ਉਤਸ਼ਾਹ ਸਹਿਤ ਸਮੁੱਚੇ ਵਿਸ਼ਵ ਦੇ ਵਿੱਚ ਮਨਾਇਆ ਜਾਏ। ਨਾਨਕ ਨਾਮ ਲੇਵਾ ਸਿੱਖ ਸੰਗਤਾਂ ਗੁਰੂ ਖਾਲਸਾ ਪੰਥ ਵੱਡੇ ਪੱਧਰ ਦੇ ਉੱਤੇ ਇਸ ਸ਼ਤਾਬਦੀ ਨੂੰ ਮਨਾਉਣ ਲਈ ਯਤਨਸ਼ੀਲ ਹੋਵੇ। ਪਾਕਿਸਤਾਨ ਚ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ ਜਿਹੜਾ ਲੁਧਿਆਣਾ ਦੇ ਹਾਰਡਿਸ ਵਰਡ ਦੇ ਨੇੜੇ ਬੀਤੀ ਰਾਤ ਇੱਕ ਦਰਦਨਾਕ ਸੜਕ ਹਾਦਸਾ ਹੋਇਆ, ਜਿਸ ਵਿੱਚ 3 ਦੋਸਤਾਂ ਦੀ ਮੌਤ ਹੋ ਗਈ ਹੈ। ਮ੍ਰਿਤਕ ਹੈਬੋਵਾਲ ਇਲਾਕੇ ਦੇ ਰਹਿਣ ਵਾਲੇ ਦੱਸੇ ਜਾ ਰਹੇ ਨੇ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ। ਇਹ ਹਾਦਸਾ ਬੀਤੀ ਰਾਤ ਹੋਇਆ ਦੱਸਿਆ ਜਾ ਰਿਹਾ ਹੈ। ਜਦਕਿ ਪੁਲਿਸ ਨੂੰ ਇਸ ਸੰਬੰਧੀ ਪੁੱਛਿਆ ਗਿਆ ਤਾਂ ਉਹ ਟਾਲ ਮਟੋਲ ਕਰਦੀ ਨਜ਼ਰ ਆਈ। ਇੰਸਪੈਕਟਰ ਨੇ ਕਿਹਾ ਕਿ ਉਸ ਨੂੰ ਬੋਲਣ ਲਈ ਮਨਾ ਕੀਤਾ ਗਿਆ ਹੈ। ਜਦਕਿ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਟਰੱਕ ਚਾਲਕ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਹੈ। ਉਧਰ ਥਾਣਾ ਸਲੇਮ ਟਾਬਰੀ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਪੁਲਿਸ ਵੱਲੋਂ ਮ੍ਰਿਤਕ ਦੇਹਾਂ ਕਬਜ਼ੇ ਹੇਠ ਲੈ ਲਈਆਂ ਗਈਆਂ ਨੇ। ਪੁਲਿਸ ਮਾਮਲੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਜਿਸ ਮ੍ਰਿਤਕ ਦੀ ਸ਼ਨਾਖਤ ਹੋਈ ਹੈ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਸੰਬੰਧੀ ਪੁਲਿਸ ਨੂੰ ਰਾਹਗੀਰਾਂ ਨੇ ਹੀ ਜਾਣਕਾਰੀ ਦਿੱਤੀ। ਮ੍ਰਿਤਕਾਂ ਚੋਂ ਗੋਬਿੰਦ ਕੁਮਾਰ ਤੇ ਅਰੁਣ ਕੁਮਾਰ ਵਾਸੀ ਰਿਸ਼ੀ ਨਗਰ ਅਤੇ ਸੰਜੀਵ ਕੁਮਾਰ ਵਜੋਂ ਹੋਈ ਹੈ। ਤੇ ਜਿਨ੍ਹਾਂ ਦੀ ਡੈਥ ਹੋਈ ਕੀ ਨਾਮ ਹੈ? ਸੰਜੀਵ ਨਾਮ ਹੈ। ਕਿੰਨੀ ਉਮਰ? 35 ਸਾਲ ਦੀ ਉਮਰ ਹੈ। ਕਿਹੜੀ ਤੋਂ ਕਿਹੜੀ ਜਾ ਰਹੇ, ਕੀ ਗੱਲ ਹੋਈ ਹੈ? ਰਿਸ਼ੀ ਨਗਰ ਤੋਂ ਲੁਧਿਆਣੇ ਤੋਂ ਅਸੀਂ ਜਲੰਧਰ ਜਾ ਰਹੇ ਸੀਗੇ ਜੀ ਤੇ ਪਤਾ ਲੈਣ ਜਾ ਰਹੇ ਸੀਗੇ। ਉਹਦੀ ਜਿਹੜੇ ਸੱਸ ਸੀਗੀ ਪੈਰਾਲਾਈਜ਼ ਦਾ ਅਟੈਕ ਹੋਇਆ ਸੀਗਾ, ਉਹਦਾ ਪਤਾ ਲੈਣ ਵਾਸਤੇ ਜਾ ਰਹੇ ਸੀਗੇ। ਉਹ ਮੂਹਰੇ ਸੀ, ਅਸੀਂ ਪਿੱਛੇ ਸੀਗੇ ਤੇ ਉਧਰੋਂ ਟਰੱਕ ਆਇਆ ਤੇ ਉਹਨੇ ਇੰਨੀ ਜ਼ੋਰ ਦੀ ਫੇੜ ਮਾਰੀ ਕਿ ਮੌਕੇ ਤੇ ਹੀ ਉਹਨਾਂ ਦੀ ਡੈਥ ਹੋ ਗਈ। ਕਿ ਟਰੱਕ ਕਾਫੀ ਸਪੀਡ ਨਾਲ ਬਹੁਤ ਜ਼ਿਆਦਾ ਸਪੀਡ ਤੇ ਸੀਗਾ ਔਰ ਹਿੱਟ ਜਦੋਂ ਹੋਇਆ ਗੱਡੀ ਬਹੁਤ ਅੱਗੇ ਚਲੀ ਗਈ। ਦੂਜੇ ਪਾਸੇ ਚਲੀ ਗਈ ਗੱਡੀ। ਤੁਸੀਂ ਉੱਥੇ ਜਾ ਕੇ ਵੀ ਦੇਖ ਸਕਦੇ ਹੋ ਟਰੱਕ ਕਿਵੇਂ ਟੇਢਾ ਹੋਇਆ ਪਿਆ ਵਾ। ਔਰ ਜੇ ਦੂਜੇ ਪਾਸੇ ਸਵੇਰ ਦਾ ਟਾਈਮ ਹੁੰਦਾ ਜਾਂ ਉਹਨੇ ਬਹੁਤ ਇੱਕ ਜਾਣਾ ਨਹੀਂ ਪਤਾ ਨਹੀਂ ਕਿੰਨੇ ਜਾਣੇ ਹੋਰ ਲੈਣ ਪੈਣੇ ਸੀ। ਕਿੰਨੇ ਹੁਣ ਬੰਦੇ ਦੀ ਡੈਥ ਹੋਈ? 3 ਜਣਿਆਂ ਦੀ ਡੈਥ ਹੋਈ ਹੈ ਜੀ। ਤਿੰਨੋਂ ਭਰਾ ਤੇ ਯਾਰ ਦੋਸਤ ਸੀ ਸਾਰੇ। ਤੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ? ਹੁਣ ਥਾਣੇ ਪਹੁੰਚੇ ਹੋ? ਅਸੀਂ ਕਾਰਵਾਈ ਚਾਹੁੰਦੇ ਹਾਂ ਜੀ, ਸਖਤ ਤੋਂ ਸਖਤ ਕਾਰਵਾਈ ਹੋਵੇ ਉਹਨਾਂ ਦੀ ਵੀ ਇਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਇਹਨਾਂ ਨੂੰ ਫੜਿਆ ਜਾਵੇ, ਇਹਨਾਂ ਦੀ ਅਰੈਸਟ ਪਾਈ ਜਾਵੇ ਜਲਦੀ। ਬੰਦਾ ਕਾਬੂ ਨਹੀਂ ਆਇਆ? ਨਹੀਂ ਆਇਆ, ਮੌਕੇ ਤੇ ਫਰਾਰ ਹੋ ਕੇ ਭੱਜ ਗਿਆ। ਖੰਨਾ 'ਚ ਅੱਜ ਸਵੇਰੇ ਕਰ ਤੇ ਆਬਕਾਰੀ ਮਹਿਕਮੇ ਵੱਲੋਂ ਵੱਡੀ ਛਾਪੇਮਾਰੀ ਕੀਤੀ ਗਈ ਹੈ। ਇਸ ਛਾਪੇਮਾਰੀ ਵਿੱਚ ਹੁਸ਼ਿਆਰਪੁਰ, ਲੁਧਿਆਣਾ, ਜਲੰਧਰ, ਪਟਿਆਲਾ ਅਤੇ ਫਤਿਹਗੜ੍ਹ ਸਾਹਿਬ ਸਣੇ ਕਈ ਜ਼ਿਲ੍ਹਿਆਂ ਦੀਆਂ ਟੀਮਾਂ ਸ਼ਾਮਲ ਸਨ। ਇਹਨਾਂ ਟੀਮਾਂ ਨਾਲ ਪੁਲਿਸ ਅਧਿਕਾਰੀ ਵੀ ਸਨ। ਜਾਣਕਾਰੀ ਮੁਤਾਬਕ ਮਹਿਕਮੇ ਦੀਆਂ 9 ਟੀਮਾਂ ਵੱਲੋਂ ਇਹ ਛਾਪੇਮਾਰੀ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ ਮਨਿੰਦਰ ਸ਼ਰਮਾ ਅਤੇ ਕਈ ਹੋਰ ਵਿਅਕਤੀਆਂ ਕੋਲੋਂ ਇਸ ਮਾਮਲੇ ਸੰਬੰਧੀ ਪੁੱਛਗਿੱਛ ਕੀਤੀ ਜਾ ਰਹੀ ਹੈ। ਮਨਿੰਦਰ ਸ਼ਰਮਾ ਪਹਿਲਾਂ ਕਾਂਗਰਸ ਵਿੱਚ ਸਨ, ਪਰ ਟਿਕਟ ਨਾ ਮਿਲਣ ਤੇ ਉਹ ਚੋਣਾਂ ਤੋਂ ਕੁਝ ਦਿਨ ਪਹਿਲਾਂ ਹੀ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ ਸਨ। ਇਹਨਾਂ ਦੇ ਘਰ ਅਤੇ ਦਫ਼ਤਰਾਂ 'ਚ ਮਹਿਕਮੇ ਦੀਆਂ ਵੱਖ-ਵੱਖ ਟੀਮਾਂ ਵੱਲੋਂ ਛਾਪੇਮਾਰੀ ਕੀਤੀ ਗਈ। ये बेसिकली जो इशू है ये जीएसटी इवेजन का है। इसमें हमें कुछ एक स्पेसिफिक इन्फॉर्मेशन मिली थी लास्ट टाइम एक गाड़ी पकड़ने के बाद कि काफ़ी सारी जो लोकल फर्म्स है वो अपना माल बगैर बिल के जो है वो बेच देती है फर्नेसेस वगैरह को, लेकिन इनके लिए जो बिल है वो दिल्ली से शुरू होके यहाँ पे कुछ फर्म्स के थ्रू जो है इनको बोगस बिल मिलता है।
तो उसके बेसिस पे हमने इन्वेस्टिगेशन की तो हमें टोटल 44 फर्मों की एक लिस्ट मिली, जिसमें कि हमें पता चला कि इनका कॉमन लिंक है, चाहे मोबाइल नंबर्स के थ्रू या ईमेल आईडीज़ के थ्रू, और कुछ बंदे जिनके नाम पे 5-7 लोगों की लिस्ट कि जिनके नाम पे वो सारी फर्म्स रजिस्टर्ड थी। और उसके बाद हमने उनकी प्रॉपर इन्वेस्टिगेशन की कि इन्होंने कहाँ से बैंक्स के थ्रू कैश विड्रॉ किया है, किस तरीके से इसका मूवमेंट हुआ है। इनकी गाड़ियाँ दिल्ली से नहीं आई क्योंकि वो टोल प्लाजाज में उनकी एंट्री नहीं थी, वो सारा हमने इस्टेब्लिश करने के बाद कमिश्नर साहब जो हमारे जीएसटी के हैं नीलकंठ सर, उनके अप्रूवल के बाद जो है इन सारे लोगों को आज हमने पहले इनके घर पे इंस्पेक्शन की, वहाँ से हमें कुछ काफ़ी सारे डॉक्यूमेंट्स मिले, और इसके अलावा इनके पास जो मोबाइल फ़ोन्स थे जिसमें कि जिनके थ्रू ये बिल्स जो है वो बनाते थे और भेजते थे आगे अपने जिन लोगों को भी इन्होंने बिल्स देनी होती थी, तो वो सारे मोबाइल फ़ोन जो है वो हमें मिले। और उसके बाद हमने इनको कन्फ्रंट किया और दे हैव एक्सेप्टेड कि हाँ इनमें से जो मेजर दो तीन बंदे थे, जिनमें से कि आप जानते होंगे आपके अभी शायद कैंडिडेट भी रहे हैं इस बार के इलेक्शन में, एक बार एमसी इलेक्शंस में, तो उन्होंने ये बात मानी है कि ये सारी बोगस नेटवर्क जो है वो कुछ फर्मों का वो चलाते थे। और साथ में हमें कुछ और इन्फॉर्मेशन भी मिली है कि इनके साथ में कुछ और भी लोग हैं जो कि यहाँ पे चाहे खन्ना में या फिर खन्ना से बाहर कई जगहों पे और काम कर रहे हैं, तो वहाँ पे भी हमें जो इन्फॉर्मेशन मिली है उसको भी अब हम आगे लेके जाएंगे। इसके अलावा जो अकाउंटेंट वगैरह था जो इनको सपोर्ट करता था इसकी उसमें उसके घर पे भी हमने सर्च की है, वहाँ से भी हमें काफ़ी सारे डॉक्यूमेंट्स वगैरह जो है वो मिले हुए हैं। एंड होपफुली जो बाकी फर्म्स है जो इनका बेनिफिट ले रही थी उनके खिलाफ भी जो है हम कार्रवाई करेंगे और जितना टैक्स की चोरी हुई है वो वापस ली जाएगी। लगभग टोटल जो बिलिंग इन्होंने की है वो 700 करोड़ के आसपास की बोगस बिलिंग की है, और इसमें 122 करोड़ का जो है टैक्स का लॉस हुआ है गवर्नमेंट का। सर कितने लोगों को राउंड अप किया है? आज हमने 5 लोगों को अरेस्ट किया है, और इसके अलावा 2 और थे जो कि हमें उनकी लोकेशन जो है उन्होंने एड्रेस चेंज कर लिया था, वी कुड नॉट बी एबल टू ट्रेस देम, बट हमारी टीम्स जो है वो लगी हुई है। और इसके अलावा भी वी आर एक्सपेक्टिंग कि इस केस में और भी अरेस्ट। किंग पिन कौन है सर? इसमें अभी तक जो हमें पता चला है कि 4 लोग जो मेजर हमें इसमें से थे उसमें से 2 अरेस्ट हो गए हैं, 2 और जो है वो ऑन द बेसिस ऑफ इनके स्टेटमेंट्स के बेसिस पे जो हमें पता चला है कि जो इनको सपोर्ट करते थे 2 और मेजर लोग, उनको भी हम इसके बाद जो है आगे विल बी टेकिंग देम टू द टास्क, और उनके खिलाफ जो लीगल कार्रवाई करनी होगी वो की जाएगी। इसमें ये जो है इट्स ए स्पेशल एक्ट, और इसमें FIR की ज़रूरत नहीं होती। हम GST डिपार्टमेंट जो है वो सक्षम है, वो खुद डायरेक्टली इन लोगों के खिलाफ कार्रवाई कर सकता है, एंड दे विल बी प्रेजेंटेड बिफोर दी जुडिशियल मजिस्ट्रेट। आज इनको प्रेजेंट किया जाएगा और उसके बाद जो वहाँ पे डिसीजन होता है उसके बेसिस पे नाम बताए जा सकते हैं? देखिए मल्टीपल नाम है, और इट वुड बी अप्रोप्रिएट कि अभी हम उनके नाम डिस्क्लोज ना करें, क्योंकि इसके अलावा जो है आगे जो इन्वेस्टिगेशन में हमें ज़रूरत पड़ेगी, काफ़ी सारे और लोग भी इन्वॉल्व है आगे, तो इस वजह से बेटर यही रहेगा कि अभी हम नाम इनके गुप्त रखें। जी सर, सारे लोग क्या सर इसमें बैंक की इन्वॉल्वमेंट हो सकती है सर? जी, इनमें बैंक्स की भी इन्वॉल्वमेंट हो सकती है? अभी हम पॉसिबिलिटीज़ को जो है वो एक्सक्लूड नहीं कर रहे। जिस तरीके के नंबर जो है और जिस तरीके की कैश विड्रॉल्स हुई है कि एक ही बंदा जो है एक 10,000 रुपया काम करने वाला बंदा बैंक अकाउंट से 13 करोड़ रुपया विड्रा कर रहा है, तो देयर इज़ ए पॉसिबिलिटी कि वी आर नॉट एक्सक्लूडिंग एनीथिंग। ऑब्वियसली जैसे हम आगे बढ़ेंगे तो हम अपनी तरफ से इन्वेस्टिगेशन के जितने भी सारे एंगल्स होंगे उनको भी कवर करेंगे, और इनकी स्टेटमेंट्स जो है वो भी हमें हेल्प करेंगी कि हमें और कितनी फर्म्स बना रखी थी? इन्होंने 44 फर्म्स जो है जो हमारे पास लिस्ट थी, बट आज हमें कुछ और फर्म्स का भी लिस्ट डिटेल्स मिली है, तो उनका भी जो लायबिलिटी होगी वो भी हम चेक करेंगे। बट 44 की जिसके बेस पे हमने इन्वेस्टिगेशन की थी और जिसके बेस पे इनको अरेस्ट किया गया वो 44 फर्म्स की लिस्ट। कितनी जगह रेड हुई है सर खन्ना में? खन्ना में आज हमने 9 जगहों पे 9 टीम्स बनाई थी, और उनमें से ऑलमोस्ट सारी जगहों पे इंस्पेक्शन होगी। खन्ना से बाहर भी कहीं से रेड हुई? खन्ना के बाहर आज का हमारा प्लान नहीं था, बट येस ऑब्वियसली इसके बाद जो इस केस की कई कड़ियाँ जो है वो पंजाब की बाकी जगहों पे भी जाके जुड़ती है, तो ऑब्वियसली वी विल एक्सपेक्ट कि आगे चल के जो है बाकी जगहों पे भी इस तरीके की कार्रवाई। नहीं, इनमें से कैश वी हैड वेरी स्पेसिफिक फोकस कि हमने कहाँ पे जाना है, बट इनके घर से कोई कैश बराबर। बिल्स वगैरह मिले? बिल्स वगैरह काफ़ी मिली है, डॉक्यूमेंट्स हमारे पास मिले हैं इनके फ़ोन से, जिन जिन लोगों के साथ में ये टच में हैं और जिनके थ्रू, क्योंकि फ़ोन के थ्रू ही ये नॉर्मली जो है बिल्स आगे फेक इनवॉइसेस जो है वो आगे बेचते हैं, तो वो हमारे पास प्रिंटर्स वगैरह हमारे जो इनका अकाउंटेंट है उसके घर पे हमें कोई काफ़ी सारे डॉक्यूमेंट्स मिले हैं। उसका CPU को हम ट्रैक करने की कोशिश कर रहे हैं, बिकॉज वी एक्सपेक्ट कि वो ना सिर्फ इस एक नेटवर्क को हेल्प कर रहा है, बल्कि और भी जो बोगस नेटवर्क्स यहाँ पे हैं शायद उनके लिए भी वो अकाउंटिंग का काम करता हो, तो हम उसको ट्रैक करने की कोशिश कर रहे हैं। सर 9 जगह पर रेड की है, सफलता 9 जगह पर मिली आपको? हाँ, जो हमारी एक्सपेक्टेशन थी, एक्सेप्ट फॉर 1 लोकेशन जहाँ पे हमारे जो 2 बंदे जो मैं कह रहा हूँ कि वो जो है उन्होंने अपनी रेजिडेंस चेंज कर लिया, उसे को छोड़ के बाकी जहाँ कहीं पे भी हम गए हैं तो वी हैव बीन सक्सेसफुल। सर कितना बड़ा ये हो सकता है मामला?
जैसे मैंने बताया कि ये 700 करोड़ का तो हमने अभी तक की कैलकुलेशन की थी, बट आई एम नॉट श्योर, बट इट कुड बी मोर देन 1000 करोड़ ऑफ बोगस बिलिंग। थैंक यू भाई, थैंक यू सो मच। थैंक यू सर। थैंक यू। ਸੰਗਰੂਰ ਮਾਰਗ ਉੱਤੇ ਗੁਰਦੁਆਰਾ ਮਹਿਲ ਮੁਬਾਰਕ ਨਜ਼ਦੀਕ ਸਥਿਤ ਆਯੁਰਵੈਦਿਕ ਕੰਪਨੀ ਦੇ ਦਫ਼ਤਰ ਅਤੇ ਸਟੋਰ ਸੀ ਲਾਈਫ ਵਿੱਚ ਭਿਆਨਕ ਅੱਗ ਲੱਗਣ ਕਾਰਨ ਵੱਡੀ ਮਾਤਰਾ ਵਿੱਚ ਦਵਾਈਆਂ ਸੜ ਕੇ ਸੁਆਹ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸਵੇਰੇ ਤਕਰੀਬਨ 10:30 ਵਜੇ ਵਾਪਰੀ ਇਸ ਘਟਨਾ ਵੇਲੇ ਅੱਗ ਇਸ ਕੰਪਨੀ ਦੇ ਦਫ਼ਤਰ ਜੋ ਕਿ ਉੱਪਰ ਚੁਬਾਰਿਆਂ ਵਿੱਚ ਸਥਿਤ ਹੈ ਤੇਜ਼ੀ ਦੇ ਨਾਲ ਫੈਲ ਗਈ। ਆਯੁਰਵੈਦਿਕ ਦਵਾਈਆਂ ਦੀ ਇਸ ਕੰਪਨੀ ਵਿੱਚ ਕੰਮ ਕਰਦੇ ਮੁਲਾਜ਼ਮ ਗੁਰਜੰਟ ਸਿੰਘ ਲੱਡਾ ਨੇ ਦੱਸਿਆ ਕਿ ਸਟੋਰ ਰੂਮ ਵਿੱਚ ਲੱਗੀ ਬਿਜਲੀ ਸਪਾਰਕਿੰਗ ਕਾਰਨ ਅੱਗ ਤੇਜ਼ੀ ਦੇ ਨਾਲ ਦਫ਼ਤਰ ਵਿੱਚ ਫੈਲ ਗਈ। ਉਸ ਵੇਲੇ ਗੁਰਜੰਟ ਸਿੰਘ ਸਮੇਤ 3-4 ਹੋਰ ਮੁਲਾਜ਼ਮ ਵੀ ਮੌਜੂਦ ਸਨ। ਹੇਠਾਂ ਬਿਜਲੀ ਸਪਲਾਈ ਕੱਟਣ ਦੇ ਬਾਵਜੂਦ ਤੇਜ਼ੀ ਦੇ ਨਾਲ ਅੱਗ ਫੈਲਣੀ ਸ਼ੁਰੂ ਹੋ ਗਈ। ਫਾਇਰ ਬ੍ਰਿਗੇਡ ਦੀ ਟੀਮ ਆਪਰੇਟਰ ਕੁਲਵੀਰ ਸਿੰਘ ਦੀ ਅਗਵਾਈ ਹੇਠ ਤੁਰੰਤ ਘਟਨਾ ਸਥਾਨ ਉੱਤੇ 2 ਗੱਡੀਆਂ ਸਮੇਤ ਪਹੁੰਚ ਗਈ, ਜਿਸ ਨੇ ਕੁਝ ਸਮੇਂ ਦੀ ਸਖਤ ਮੁਸ਼ੱਕਤ ਉਪਰੰਤ ਅੱਗ ਉੱਤੇ ਕਾਬੂ ਪਾ ਲਿਆ। ਸੀ ਲਾਈਫ ਕੰਪਨੀ ਦੇ MD ਈਸ਼ਵਰ ਸਿੰਘ ਨੇ ਦੱਸਿਆ ਕਿ ਲੱਖਾਂ ਰੁਪਇਆਂ ਦੇ ਕਰੀਬ ਦਵਾਈਆਂ ਦਾ ਨੁਕਸਾਨ ਹੋਇਆ ਹੈ। ਕੀ ਨਾਮ ਹੈ ਤੁਹਾਡਾ? ਈਸ਼ਵਰ ਸਿੰਘ ਜੀ। ਕਿਵੇਂ ਜਿਹੜੀ ਅੱਗ ਲੱਗੀ, ਕਿਵੇਂ ਲੱਗੀ, ਕੀ ਕਾਰਨ ਹੈ? ਇਹ ਸਪਾਰਕ ਹੋ ਗਿਆ ਸੀਗਾ ਸਟੋਰ ਦੇ ਵਿੱਚ। ਕਿਸ ਚੀਜ਼ ਦਾ ਸਟੋਰ ਸੀਗਾ ਇਹ? ਇਹ ਆਪਣਾ ਆਯੁਰਵੈਦਿਕ ਦਵਾਈਆਂ ਦਾ ਸਟੋਰ ਹੈ ਜੀ। ਇਹ ਮਤਲਬ ਹੈੱਡ ਆਫਿਸ ਸੀਗਾ ਸਾਡਾ। ਇਹ ਆਯੁਰਵੈਦਿਕ ਮੈਡੀਸਿਨ ਅਸੀਂ ਸਪਲਾਈ ਕਿਹੜੀ ਕਰਦੇ। ਕੰਪਨੀ ਦਾ? ਕੰਪਨੀ ਦਾ ਨਾਮ ਹੈਗਾ ਸਰਸੀਨੇ ਲਾਈਫਸਟਾਈਲ ਪ੍ਰਾਈਵੇਟ ਲਿਮਟਿਡ। ਸੀ ਲਾਈਫ ਦੇ ਨਾਮ ਨਾਲ ਹੈ ਜੀ ਕੰਪਨੀ ਆਪਣੀ। ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ? ਹੋ ਗਿਆ ਜੀ ਨੀਅਰ ਅਬਾਊਟ 25 ਲੱਖ ਦਾ ਮਾਲ। 25 ਲੱਖ ਦਾ ਕੀ ਸਪਲੀਮੈਂਟ ਪਏ ਸੀ? ਹਾਂਜੀ ਹਾਂ, ਆਯੁਰਵੈਦਿਕ ਦਵਾਈਆਂ ਸੀ। ਬਾਕੀ ਜੇ ਆਫਿਸ ਵਗੈਰਾ ਦਾ ਉਹ ਦੇਖ ਕੇ ਪਤਾ ਲੱਗੂਗਾ ਵੀ ਕਿੰਨਾ ਕੁ ਹੋਇਆ। ਕਿਵੇਂ ਸਪਲਾਈ ਕਰਦੇ ਸੀ? ਬਸ ਜੀ ਇੱਦਾਂ ਹੀ ਮਾਰਕੀਟ ਦੇ ਵਿੱਚ ਮਾਰਕੀਟਿੰਗ ਕਰਕੇ ਟ੍ਰੈਡੀਸ਼ਨਲ ਦੇ ਵਿੱਚ, ਅਤੇ ਆਪਦਾ ਜਿੱਥੇ ਕੰਪਨੀ ਦਾ ਆਪਦਾ ਨੈਟਵਰਕ ਆ, ਉਹ ਨੈਟਵਰਕ ਜਿੰਨੇ ਵੀ ਲੋਕ ਨੇ ਉਹਨਾਂ ਦੇ ਥਰੂ ਕਰਦੇ। ਕਦੋਂ ਪਤਾ ਲੱਗਿਆ ਕਦੋਂ ਅੱਗ ਲੱਗੀ? ਇਹ ਹੋ ਗਿਆ ਜੀ ਘੰਟਾ ਕੁ, ਤੁਸੀਂ ਲਗਾ ਲਓ। ਤੁਸੀਂ ਇੱਥੇ ਮੌਜੂਦ ਸੀਗੇ ਜਦੋਂ ਅੱਗ ਲੱਗੀ ਹੈ? ਨਹੀਂ, ਮੈਂ 2 ਮਿੰਟ ਗਿਆ ਹੀ ਸੀਗਾ, ਬਸ ਨਾਲ ਦੀ ਨਾਲ ਫੋਨ ਆ ਗਿਆ ਕਿ ਆਫਿਸ 'ਚ ਅੱਗ ਲੱਗੀ ਆ। ਹੋਰ ਕੌਣ, ਕਿਹਦਾ ਫੋਨ ਆਇਆ ਸੀ? ਉਹ ਸਟਾਫ ਦਾ ਹੀ ਆਇਆ ਸੀਗਾ ਆਫਿਸ 'ਚ। ਇੱਥੇ ਸਟਾਫ ਮੌਜੂਦ ਸੀਗਾ? ਮੌਜੂਦ ਸੀਗਾ ਜਦੋਂ ਅੱਗ ਲੱਗੀ? ਮੌਜੂਦ ਸੀਗਾ। ਕੋਸ਼ਿਸ਼ ਕੀਤੀ ਬੁਝਾਉਣ ਦੀ? ਹਾਂ ਪੂਰੀ ਸਰ, ਪੂਰੀ ਕੋਸ਼ਿਸ਼ ਕਰੀ, ਕੌਣ ਸੀਗੇ? ਪਰ ਅੱਗ ਹੀ ਇੰਨੀ ਕੁ ਜ਼ਿਆਦਾ ਲੱਗੀ ਕਿ ਸਾਹ ਵੀ ਲੈਣਾ ਔਖਾ ਸੀਗਾ। ਫਾਜ਼ਿਲਕਾ ਦੇ ਪਿੰਡ ਹੀਰਾਵਾਲੀ ਵਿੱਚ ਸ਼ਰਾਬ ਫੈਕਟਰੀ ਨਿਰਮਾਣ ਦੇ ਵਿਰੋਧ ਵਿੱਚ ਅੱਜ ਫਾਜ਼ਿਲਕਾ ਸ਼ਹਿਰ ਬੰਦ ਰੱਖਿਆ ਗਿਆ। ਵਪਾਰ ਮੰਡਲ ਦੇ ਸੱਦੇ ਤੇ ਵੱਖ-ਵੱਖ ਯੂਨੀਅਨਾਂ ਅਤੇ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਬੰਦ ਕਰਕੇ ਇਸ ਫੈਕਟਰੀ ਦਾ ਵਿਰੋਧ ਕੀਤਾ ਜਾ ਰਿਹਾ ਹੈ। ਵਪਾਰ ਮੰਡਲ ਫਾਜ਼ਿਲਕਾ ਦੇ ਪ੍ਰਧਾਨ ਅਸ਼ੋਕ ਗੁਲਬੱਦਰ ਨੇ ਦੱਸਿਆ ਕਿ ਦੁਪਹਿਰ 1 ਵਜੇ ਤੱਕ ਵਪਾਰ ਮੰਡਲ ਵੱਲੋਂ ਬੰਦ ਦਾ ਸੱਦਾ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਪਿਛਲੇ 25 ਦਿਨਾਂ ਤੋਂ ਵੱਖ-ਵੱਖ ਪਿੰਡਾਂ ਦੇ ਲੋਕਾਂ ਵੱਲੋਂ ਪੰਜਾਬ, ਰਾਜਸਥਾਨ ਨੂੰ ਗੁਜਰਾਤ ਨਾਲ ਜੋੜਦੇ ਨੈਸ਼ਨਲ ਹਾਈਵੇ ਤੇ ਸੜਕੀ ਆਵਾਜਾਈ ਰੋਕਦਿਆਂ ਧਰਨਾ ਦਿੱਤਾ ਜਾ ਰਿਹਾ ਹੈ। ਸੰਘਰਸ਼ ਕਰ ਰਹੇ ਪਿੰਡਾਂ ਦੇ ਲੋਕਾਂ ਨੂੰ ਵੱਖ-ਵੱਖ ਜਥੇਬੰਦੀਆਂ ਦਾ ਸਾਥ ਵੀ ਮਿਲ ਰਿਹਾ ਹੈ। ਲੋਕਾਂ ਦੀ ਮੰਗ ਹੈ ਕਿ ਇਸ ਸ਼ਰਾਬ ਫੈਕਟਰੀ ਨੂੰ ਫਾਜ਼ਿਲਕਾ ਜ਼ਿਲ੍ਹੇ ਦੇ ਬਾਹਰ ਲਗਾਇਆ ਜਾਵੇ। ਸਾਡੇ ਵੱਲੋਂ ਇੱਕ ਤਾਂ ਉੱਥੇ DSP ਸਾਹਿਬ ਨੇ ਕਾਫੀ ਵਾਰੀ ਉਹਨਾਂ ਨਾਲ ਗੱਲਬਾਤ ਕੀਤੀ ਹੈਗੀ, SHO ਸਾਹਿਬ ਵੱਲੋਂ ਵੀ ਉਹਨਾਂ ਨੂੰ ਸਮਝਾਇਆ ਗਿਆ, ਔਰ DC ਸਾਹਿਬ ਦੇ ਨਾਲ ਸਾਡੇ ਵੱਲੋਂ ਤਾਲਮੇਲ ਜਿਹੜਾ ਕੀਤਾ ਗਿਆ ਉਹਨਾਂ ਦੇ ਨਾਲ, ਉਹ ਔਰ MLA ਸਾਹਿਬ ਦੇ ਨਾਲ ਵੀ ਸਾਡੇ ਵੱਲੋਂ ਤਾਲਮੇਲ ਕੀਤਾ ਗਿਆ। ਉਹਨਾਂ ਦੇ ਜਿਹੜਾ ਮਰਨ ਵਰਤ ਉਹਨਾਂ ਨੇ ਪਹਿਲਾਂ ਰੱਖਿਆ ਸੀਗਾ, ਉਹ ਅਸੀਂ ਉਹਨਾਂ ਨੂੰ ਜਿਹੜਾ ਹੈਗਾ ਰਿਕੁਐਸਟ ਕਰਕੇ ਉਹਨੂੰ ਅਸੀਂ ਬੰਦ ਕਰਵਾਇਆ ਹੈਗਾ। ਔਰ ਡਾਇਵਰਜਨਸ ਅਸੀਂ ਉੱਥੇ ਦਿੱਤੀਆਂ ਹੋਈਆਂ ਹੈਗੀਆਂ, ਅਤੇ ਹੁਣ ਵੀ ਅਸੀਂ ਉਹਨਾਂ ਨੂੰ ਇਹੀ ਕਹਿ ਰਹੇ ਹਾਂ ਕਿ ਪ੍ਰੋਟੈਸਟ ਜੇ ਆਪਾਂ ਕਰਨਾ, ਆਪਾਂ ਸੜਕ ਤੋਂ ਹਟ ਕੇ ਵੀ ਪ੍ਰੋਟੈਸਟ ਕਰ ਸਕਦੇ ਹਾਂ, ਤਾਂ ਕਿ ਲੋਕਾਂ ਨੂੰ ਜਿਹੜੀ ਹੈਗੀ ਉੱਥੇ ਆਵਾਜਾਈ ਦੀ ਦਿੱਕਤ ਨਾ ਹੋਵੇ। ਉਹ ਪ੍ਰੋਜੈਕਟ ਜਿਹੜਾ ਹੈਗਾ ਸ਼ਰਾਬ ਫੈਕਟਰੀ ਵਾਲਾ, ਉਹਦੀ NOC ਵਗੈਰਾ ਸਭ ਕੁਝ ਕੰਪਲੀਟ ਹੋ ਚੁੱਕਿਆ ਹੈਗਾ, ਜਾਂ ਤਾਂ ਆਪਾਂ ਉਹਨੂੰ ਪਹਿਲੇ ਪਰਸਿਊ ਕਰਦੇ, ਪਰ ਹੁਣ ਵੀ ਉਹ ਚਾਹਣ ਤਾਂ ਇਸ ਚੀਜ਼ ਮੈਟਰ ਨੂੰ ਪਰਸਿਊ ਕਰ ਸਕਦੇ ਆ। ਤਾਂ ਮੇਰੀ ਉਹਨਾਂ ਨੂੰ ਇਹੀ ਗੁਜ਼ਾਰਿਸ਼ ਹੈਗੀ ਕਿ ਆਪਾਂ ਨੂੰ ਨੈਸ਼ਨਲ ਹਾਈਵੇ ਬੰਦ ਨਹੀਂ ਕਰਨਾ ਚਾਹੀਦਾ, ਕਿਉਂਕਿ ਇਹਦੇ ਨਾਲ ਆਪਾਂ ਆਪ ਵੀ ਪਰੇਸ਼ਾਨ ਹੁੰਦੇ ਆ ਅਤੇ ਲੋਕਾਂ ਨੂੰ ਵੀ ਉਹ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ। ਪ੍ਰੋਟੈਸਟ ਕਰਨਾ ਹਰ ਇੱਕ ਵਿਅਕਤੀ ਦਾ ਹੱਕ ਹੈਗਾ, ਤੇ ਉਹਦੇ ਆਪਾਂ ਕੋਈ ਹੋਰ ਤਰੀਕੇ ਨਾਲ ਵੀ ਪ੍ਰੋਟੈਸਟ ਕਰ ਸਕਦੇ ਹਾਂ। ਸਾਬਕਾ ਭਾਜਪਾ ਦੇ ਨੇਤਾ ਤੇ ਸਾਬਕਾ ਕੇਂਦਰੀ ਮੰਤਰੀ ਯਸ਼ਵੰਤ ਸਿਨਹਾ ਅੱਜ ਤ੍ਰਿਣਮੂਲ ਕਾਂਗਰਸ ਵਿੱਚ ਸ਼ਾਮਲ ਹੋ ਗਏ। ਸਿਨਹਾ ਨੇ ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਦੇ TMC ਭਵਨ ਵਿੱਚ ਤ੍ਰਿਣਮੂਲ ਦੀ ਮੈਂਬਰਸ਼ਿਪ ਲਈ। ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਸਮੇਂ ਵਿੱਤ ਅਤੇ ਵਿਦੇਸ਼ ਮੰਤਰਾਲੇ ਦੀ ਜ਼ਿੰਮੇਵਾਰੀ ਸੰਭਾਲਣ ਵਾਲੇ ਯਸ਼ਵੰਤ ਸਿਨਹਾ ਨੇ ਇਸ ਸਮੇਂ ਦੌਰਾਨ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਲੋਕ ਮੇਰੇ ਫੈਸਲੇ ਤੋਂ ਹੈਰਾਨ ਹੋਣਗੇ। ਮੈਂ ਪਾਰਟੀ ਦੀ ਰਾਜਨੀਤੀ ਤੋਂ ਵੱਖ ਹੋ ਗਿਆ ਸੀ, ਪਰ ਅੱਜ ਸਾਡੇ ਦੇਸ਼ ਦੀਆਂ ਕਦਰਾਂ ਕੀਮਤਾਂ ਖਤਰੇ ਵਿੱਚ ਹਨ ਅਤੇ ਉਹਨਾਂ ਦੀ ਪਾਲਣਾ ਨਹੀਂ ਹੋ ਰਹੀ, ਇਸ ਲਈ ਬਦਲਾਅ ਜ਼ਰੂਰੀ ਸੀ।
ਕੇਂਦਰ ਸਰਕਾਰ ਵੱਲੋਂ ਲਿਆਂਦੇ 3 ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੀਆਂ ਸਰਹੱਦਾਂ ਤੇ ਸੰਘਰਸ਼ ਕਰ ਰਹੇ ਦੇਸ਼ ਭਰ ਦੇ ਕਿਸਾਨਾਂ ਦੇ ਹੱਕ ਵਿੱਚ ਆਮ ਆਦਮੀ ਪਾਰਟੀ ਵੱਲੋਂ 21 ਮਾਰਚ ਨੂੰ ਬਾਘਾ ਪੁਰਾਣਾ ਵਿਖੇ ਕੀਤੇ ਜਾ ਰਹੇ ਮਹਾ ਕਿਸਾਨ ਸੰਮੇਲਨ ਦੇ ਸਮਰਥਨ 'ਚ ਅੱਜ ਆਪ ਆਗੂ ਸੋਨੂ ਜਾਫਰ ਦੀ ਅਗਵਾਈ 'ਚ ਵੱਡੀ ਗਿਣਤੀ 'ਚ 71 ਆਪ ਵਰਕਰਾਂ ਵੱਲੋਂ ਰੋਡ ਸ਼ੋਅ ਕੀਤਾ ਗਿਆ। ਇਸ ਰੋਡ ਸ਼ੋਅ 'ਚ ਉਚੇਚੇ ਤੌਰ ਤੇ ਪਹੁੰਚੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਅਜੀਤ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕਿਹਾ ਕਿ ਕਿਸਾਨਾਂ ਦੇ ਸਮਰਥਨ ਲਈ 21 ਮਾਰਚ ਨੂੰ ਹੋਣ ਜਾ ਰਹੇ ਕਿਸਾਨ ਮਹਾ ਸੰਮੇਲਨ 'ਚ ਪਹੁੰਚ ਰਹੇ ਆਪ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬੀਆਂ 'ਚ ਨਵੀਂ ਰੂਹ ਫੂਕਣਗੇ। ਉਨ੍ਹਾਂ ਕਿਹਾ ਕਿ 3 ਖੇਤੀ ਕਾਨੂੰਨਾਂ ਨੂੰ ਲਾਗੂ ਕਰਵਾਉਣ ਲਈ ਜਿੱਥੇ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਭਾਜਪਾ ਜ਼ਿੰਮੇਵਾਰ ਹੈ, ਉੱਥੇ ਹੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੀ ਬਰਾਬਰ ਜ਼ਿੰਮੇਵਾਰ ਹੈ। ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਜਿਹੜਾ ਹੈਗਾ 21 ਮਾਰਚ ਨੂੰ ਬਾਘਾ ਪੁਰਾਣਾ ਦੇ ਵਿੱਚ ਕਿਸਾਨ ਜਿਹੜਾ ਅੰਦੋਲਨ ਚੱਲ ਰਿਹਾ ਹੈਗਾ ਉਹਨੂੰ ਸਮਰਥਨ ਦੇਣ ਦੇ ਲਈ, ਉਹਨੂੰ ਹੋਰ ਮਜ਼ਬੂਤ ਕਰਨ ਦੇ ਲਈ ਬਾਘਾ ਪੁਰਾਣਾ 'ਚ ਪਹੁੰਚ ਰਹੇ ਲੱਗੇ। ਅੱਜ ਉਸ ਦੇ ਲਈ ਅਸੀਂ ਲਾਮਬੰਦੀ ਹਲਕਾ ਅਜਨਾਲਾ ਦੇ ਵਿੱਚ ਸਾਡੀ ਸਮੁੱਚੀ ਟੀਮ ਕਰ ਰਹੀ ਆ। ਹਲਕਾ ਅਜਨਾਲਾ ਦੇ ਲੋਕਾਂ ਨੂੰ ਪ੍ਰੇਰਿਤ ਕਰਨ ਆਇਆ, ਕਿਸਾਨਾਂ ਨੂੰ, ਖੇਤ ਮਜ਼ਦੂਰਾਂ ਨੂੰ ਕਿ 21 ਮਾਰਚ ਦੇ ਉਸ ਬਾਘਾ ਪੁਰਾਣਾ ਦੇ ਜਿਹੜਾ ਬਹੁਤ ਵੱਡਾ ਇਕੱਠ ਲੱਖਾਂ ਦੀ ਗਿਣਤੀ ਦੇ ਵਿੱਚ ਹੋਣ ਜਾ ਰਿਹਾ, 'ਚ ਪਹੁੰਚੋ। ਇਸ ਗੱਲ ਲਈ ਸਾਡਾ ਜਿਹੜਾ ਰੋਡ ਮਾਰਚ ਕਰ ਰਿਹਾ ਸੀ। ਪੂਰੇ ਪੰਜਾਬ ਦੇ ਵਿੱਚ ਤੁਸੀਂ ਲਾਮਬੰਦ ਕਰ ਰਹੇ ਹੋ, ਕਿਵੇਂ ਦਾ ਸਮਰਥਨ ਮਿਲ ਰਿਹਾ ਤੁਹਾਨੂੰ ਜਿਹੜਾ ਮਹਾ ਸੰਮੇਲਨ ਕੀਤਾ ਜਾ ਰਿਹਾ ਆਮ ਆਦਮੀ ਪਾਰਟੀ ਵੱਲੋਂ? ਦੇਖੋ, ਪੂਰੇ ਪੰਜਾਬ ਵਿੱਚ ਸਾਡੀਆਂ ਸਮੁੱਚੀਆਂ ਟੀਮਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਪੂਰੇ ਪੰਜਾਬ 'ਚ ਉਤਰੀਆਂ ਹੋਈਆਂ ਨੇਗੀਆਂ। ਛੋਟੀਆਂ ਨੁੱਕੜ ਮੀਟਿੰਗਾਂ ਕਰ ਰਹੇ ਹਾਂ, ਰੈਲੀਆਂ ਕਰ ਰਹੇ ਹਾਂ, ਰੋਡ ਸ਼ੋਅ ਕਰ ਰਹੇ ਹਾਂ, ਪਿੰਡਾਂ ਜਾ ਰਹੇ ਹਾਂ, ਸ਼ਹਿਰਾਂ ਜਾ ਰਹੇ ਹਾਂ। ਅਸੀਂ ਲੋਕਾਂ ਨੂੰ ਲਾਮਬੰਦ ਕਰ ਰਹੇ ਹਾਂ ਔਰ ਲੋਕਾਂ ਦਾ ਬਹੁਤ ਭਾਰੀ ਸਮਰਥਨ ਜਿਹੜਾ ਉਹ ਆਮ ਆਦਮੀ ਪਾਰਟੀ ਨੂੰ ਮਿਲ ਰਿਹਾ। ਮੈਂ ਸਮਝਦਾ ਜਿਹੜਾ ਟੀਚਾ ਕਿਤੇ ਅਸੀਂ 2017 'ਚ ਮਿਸ ਕਰ ਗਏ ਸੀਗੇ, 2022 ਦੇ ਵਿੱਚ ਪੰਜਾਬ ਦੇ ਲੋਕ ਉਤਾਬ ਲੈਣਗੇ। ਪੰਜਾਬ ਦੇ ਲੋਕ ਜਿਹੜੇ ਹੈਗੇ ਉਤਾਬ ਲੈਣਗੇ। 2017 ਦੇ ਵਿੱਚ ਕੈਪਟਨ ਸਾਹਿਬ ਦਾ ਵਾਅਦਾ ਸੀਗਾ ਕਿ ਕਰਜ਼ਾ ਕੁਰਕੀ ਖਤਮ, ਕਿਸਾਨ ਦੀ ਫਸਲ ਦੀ ਪੱਕੀ ਰਕਮ, ਪੂਰੀ ਰਕਮ ਇਹ ਵਾਅਦਾ ਸੀ ਕੈਪਟਨ ਸਾਹਿਬ ਦਾ। ਔਰ ਦੂਜਾ, ਨਾ ਕਰਜ਼ਾ ਖਤਮ ਹੋਇਆ ਪੰਜਾਬ ਵਿੱਚ, ਚਾਹੇ ਦਸੂਹੇ ਦੇ 2 ਨੌਜਵਾਨ ਪਿਓ ਪੁੱਤ ਆਪਣੇ ਸੁਸਾਈਡ ਕਰ ਗਏ, ਚਾਹੇ ਮੌੜ ਮੰਡੀ ਦੀ ਗੱਲ ਕਰ ਲਈਏ, ਚਾਹੇ ਅੰਮ੍ਰਿਤਸਰ ਦੀ ਗੱਲ ਕਰ ਲਈਏ, ਉਸੇ ਤਰ੍ਹਾਂ ਕਰਜ਼ਾ ਪੰਜਾਬ ਦੇ ਕਿਸਾਨਾਂ ਤੇ ਬਰਕਰਾਰ ਹੈਗਾ। ਅੱਜ ਪੰਜਾਬ ਦਾ ਨੌਜਵਾਨ ਪੰਜਾਬ ਨੂੰ ਛੱਡ ਕੇ ਜਾ ਰਿਹਾ। ਕੈਪਟਨ ਸਾਹਿਬ ਦਾ ਵਾਅਦਾ ਸੀਗਾ ਕਿ ਘਰ ਘਰ ਰੁਜ਼ਗਾਰ ਦੇਵਾਂਗਾ, ਉਹ ਵਾਅਦੇ 'ਚ ਫੇਲ ਹੋ ਗਿਆ। ਕੈਪਟਨ ਸਾਹਿਬ ਵਾਅਦਾ ਸੀਗਾ ਕਿ ਦਲਿਤਾਂ ਨੂੰ 5 ਮਰਲੇ ਪਲਾਟ ਮਿਲਣਗੇ, 2500 ਰੁਪਏ ਪੈਨਸ਼ਨ ਮਿਲੂਗੀ, ਉਹ ਵਾਅਦਾ ਫੇਲ ਹੋ ਗਿਆ। 6ਵਾਂ ਪੇ ਕਮਿਸ਼ਨ ਮਿਲੂਗਾ, ਕੈਪਟਨ ਸਾਹਿਬ ਉਹ 'ਚ ਫੇਲ ਹੋ ਗਏ। ਜਿਹੜਾ ਮਰਜ਼ੀ ਵਾਅਦਾ ਦੇਖ ਲਈਏ, 195 ਪੇਜ ਦਾ ਚੋਣ ਮੈਨੀਫੈਸਟੋ ਸੀਗਾ ਕਾਂਗਰਸ ਪਾਰਟੀ ਦਾ। ਕਾਂਗਰਸ ਪਾਰਟੀ ਬੁਰੀ ਤਰ੍ਹਾਂ ਫਲਾਪ ਹੋ ਚੁੱਕੀ ਹੈ, ਫੇਲ ਹੋ ਚੁੱਕੀ ਆ। ਲਾਸਟ ਬਜਟ ਸੈਸ਼ਨ ਦੇ ਵਿੱਚ ਵੀ ਪੰਜਾਬ ਦੇ ਲੋਕਾਂ ਨੂੰ ਕੁਝ ਨਹੀਂ ਮਿਲਿਆ। ਪੰਜਾਬ ਦੇ ਲੋਕ ਠੱਗੇ ਮਹਿਸੂਸ ਕਰ ਰਹੇ ਨੇਗੇ। ਔਰ ਮੈਂ ਸਮਝਦਾ ਜਿਹੜਾ ਸਾਡਾ 21 ਮਾਰਚ ਦਾ ਸੰਮੇਲਨ ਆ, ਉਹਦੇ ਵਿੱਚ ਪੰਜਾਬ ਭਰ ਚੋਂ ਲੱਖਾਂ ਹੀ ਜਿਹੜੇ ਸਾਡੇ ਵਲੰਟੀਅਰ ਨੇ, ਲੱਖਾਂ ਹੀ ਵਰਕਰ ਨੇ, ਲੱਖਾਂ ਹੀ ਕਿਸਾਨ ਨੇ, ਲੱਖਾਂ ਹੀ ਖੇਤ ਮਜ਼ਦੂਰਾਂ 'ਚ ਪਹੁੰਚਣਗੇ। ਪੁਲਿਸ ਜ਼ਿਲ੍ਹਾ ਦਿਹਾਤੀ ਅੰਮ੍ਰਿਤਸਰ ਦੇ ਅਧੀਨ ਆਉਂਦੇ ਥਾਣਾ ਰਾਜਾ ਸਾਂਸੀ ਦੇ ਪਿੰਡ ਕੋਟਲੀ ਸਕਾ ਵਿਖੇ ਐਸਐਸਪੀ ਧਰੁਵ ਦਈਆ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਵੱਲੋਂ ਛਾਪੇਮਾਰੀ ਕਰਕੇ ਵੱਡੇ ਪੱਧਰ ਤੇ ਨਾਜਾਇਜ਼ ਸ਼ਰਾਬ, ਲਾਹਨ ਭੱਠੀਆਂ ਸਮੇਤ ਵੱਡੀ ਮਾਤਰਾ ਵਿੱਚ ਸ਼ਰਾਬ ਕੱਢਣ ਲਈ ਵਰਤੇ ਜਾਣ ਵਾਲੇ ਸਮਾਨ ਦਾ ਜ਼ਖੀਰਾ ਬਰਾਮਦ ਕੀਤਾ ਗਿਆ। ਇਸ ਸੰਬੰਧੀ ਐਸਐਸਪੀ ਨੇ ਦੱਸਿਆ ਕਿ ਉਹਨਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਕੋਟਲੀ ਸਕਾ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਲੋਕ ਵੱਡੇ ਪੱਧਰ ਤੇ ਮਿੰਨੀ ਫੈਕਟਰੀਆਂ ਦੇ ਰੂਪ ਵਿੱਚ ਨਾਜਾਇਜ਼ ਸ਼ਰਾਬ ਕੱਢ ਕੇ ਸ਼ਰਾਬ ਵੇਚਣ ਦਾ ਧੰਦਾ ਕਰਦੇ ਹਨ। ਇਸ ਸੰਬੰਧੀ ਉਹਨਾਂ ਵੱਲੋਂ ਭਾਰੀ ਪੁਲਿਸ ਪਾਰਟੀ ਸਮੇਤ ਬੀਤੀ ਰਾਤ 9 ਵਜੇ ਤੋਂ ਤੜਕੇ 3 ਵਜੇ ਤੱਕ ਚਲਾਏ ਗਏ ਸਰਚ ਆਪਰੇਸ਼ਨ ਦੌਰਾਨ ਇਹ ਕਾਰਵਾਈ ਕੀਤੀ ਗਈ ਹੈ। ਬੇਸਿਕਲੀ ਜੀ ਇੱਕ ਸੀਕ੍ਰੀਟ ਇਨਫੋਰਮੇਸ਼ਨ ਡਿਵੈਲਪ ਕੀਤੀ ਗਈ ਸੀ। ਰਾਜਾ ਸਾਂਸੀ ਥਾਣੇ ਦੇ ਵਿੱਚ ਇੱਕ ਕੋਟਲੀ ਸਕਾ ਪਿੰਡ ਪੈਂਦਾ ਹੈ, ਤਾਂ ਉਹਦੇ ਵਿੱਚ ਅੰਮ੍ਰਿਤਸਰ ਰੂਰਲ ਪੁਲਿਸ ਦੇ ਜਿਹੜੇ ਹੈਗੇ ਸਪੈਸ਼ਲ ਬ੍ਰਾਂਚ ਦੀ ਜਿਹੜੀ ਟੀਮ ਹੈ, ਡੀਐਸਪੀ ਸਪੈਸ਼ਲ ਬ੍ਰਾਂਚ ਮਿਸਟਰ ਸੁਕਰਾਤ ਸਿੰਘ ਹੈ, ਉਹਨਾਂ ਦੀ ਸੁਪਰਵਿਜ਼ਨ ਦੇ ਵਿੱਚ ਇਹ ਇੱਕ ਪੂਰੀ ਪ੍ਰੋਪਰ ਇੱਕ ਆਪਰੇਸ਼ਨ ਜਿਹੜਾ ਹੈਗਾ ਕੱਲ੍ਹ ਕੀਤਾ ਗਿਆ ਸੀ। ਇਹ ਤਕਰੀਬਨ 9.5 ਘੰਟੇ ਦਾ ਕੱਲ੍ਹ ਕੋਟਲੀ ਸਕਾ ਪਿੰਡ ਆਪਰੇਸ਼ਨ ਚੱਲਿਆ ਹੈ, ਜਿਹਦੇ ਵਿੱਚ ਕਾਫੀ ਵੱਡੀ ਮਾਤਰਾ ਦੇ ਵਿੱਚ ਤਕਰੀਬਨ 1,26,000 ਕਿਲੋ ਲਾਹਨ, ਤਕਰੀਬਨ 300 ਲੀਟਰ ਜਿਹੜੀ ਇਲਿਸਿਟ ਲਿਕਰ ਹੈ, ਉਸ ਤੋਂ ਇਲਾਵਾ 12 ਤਰਪਾਲ, 6 ਵਾਟਰ ਟੈਂਕ, 1,830 ਕਿਲੋ ਗੁੜ ਜਿਹੜਾ ਰॉ ਮਟੀਰੀਅਲ ਹੁੰਦਾ ਹੈ, ਔਰ ਉਸ ਤੋਂ ਇਲਾਵਾ ਔਰ ਕਾਫੀ ਮੈਨੂਫੈਕਚਰਿੰਗ ਇਕਵਿਪਮੈਂਟ ਜਿਹੜੀ ਹੈ ਬਰਾਮਦ ਕੀਤੀ ਗਈ ਹੈ। ਤਾਂ ਇਹ ਬੇਸਿਕਲੀ ਇਸ ਪਿੰਡ ਦੇ ਵਿੱਚ 5 ਘਰ ਹੈ ਜਿੱਥੇ ਸਪੈਸ਼ਲੀ ਰੇਡ ਕੀਤੀ ਗਈ ਸੀ, ਜਿਨ੍ਹਾਂ ਤੋਂ ਇਹ ਸਮਾਨ ਬਰਾਮਦ ਹੋਇਆ ਹੈ, ਜਿਨ੍ਹਾਂ ਵਿੱਚੋਂ ਜਿਹੜੇ ਕਿੰਗ ਪਿਨ ਹੈਗੇ ਉਹਨਾਂ ਦੇ ਉਹ 3 ਮੇਨ ਘਰ ਪੈਂਦੇ ਆ। ਉਹਨਾਂ ਨੇ ਕਾਫੀ ਇਲੈਬੋਰੇਟ ਇਹ ਨੈਟਵਰਕ ਇਸਟੈਬਲਿਸ਼ ਕੀਤਾ ਸੀ ਤੇ ਇਸ ਸੰਬੰਧੀ ਇਹ ਪ੍ਰੈਸ ਕਾਨਫਰੰਸ ਰੱਖੀ ਹੈ ਔਰ ਇਹ ਕਾਫੀ ਲਾਰਜ ਸਕੇਲ ਤੇ ਇਲਿਸਿਟ ਡਿਸਟਿਲੇਸ਼ਨ ਫੈਸਿਲਿਟੀਜ਼ ਜਿਹੜੀਆਂ ਇਹਨਾਂ ਨੇ ਇੱਥੇ ਬਣਾਈ ਹੋਈ ਸੀਗੀ।
ਤੇ ਇਸ ਦੇ ਨਾਲ ਹੀ ਅਜੀਤ ਖਬਰਾਂ ਦਾ ਅੱਜ ਦਾ ਇਹ ਬੁਲੇਟਿਨ ਇੱਥੇ ਹੀ ਖਤਮ ਹੁੰਦਾ ਹੈ। ਕੱਲ ਤੁਹਾਡੀ ਖਿਦਮਤ ਦੇ ਵਿੱਚ ਤਾਜ਼ਾ ਤਰੀਨ ਖਬਰਾਂ ਦਾ ਇੱਕ ਹੋਰ ਬੁਲੇਟਿਨ ਲੈ ਕੇ ਅਸੀਂ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਦੇ ਲਈ ਤੁਸੀਂ ਵੇਖਦੇ ਰਹੋ ਅਜੀਤ ਵੈਬ ਟੀਵੀ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ YouTube ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਅਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।